ਸਤਿ ਸ਼੍ਰੀ ਅਕਾਲ ਦੋਸਤੋ। ਚੈਨਲ ਕਲਮਾਂ ਦੇ ਦੇਸੋ ਦੀ ਜਾਨਿਬ ਤੋਂ ਅੱਜ ਜੋ ਤੁਹਾਡੇ ਨਾਲ ਕਿਤਾਬ ਸਾਂਝੀ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਦਸਤਾਵੇਜ਼। ਕਿਤਾਬ ਦਸਤਾਵੇਜ਼ ਵਿੱਚੋਂ ਅੰਮ੍ਰਿਤਾ ਪ੍ਰੀਤਮ ਤੇ ਇਮਰੋਜ਼ ਦੇ ਖੱਤ ਤੁਹਾਡੇ ਸਭ ਨਾਲ ਸਾਂਝੇ ਕਰਾਂਗੇ। ਸ਼ੁਰੂ ਕਰਦੇ ਹਾਂ ਜੀ। ਅੰਮ੍ਰਿਤਾ ਦੇ ਖੱਤ। ਅੰਮ੍ਰਿਤਾ ਦਾ ਮੇਰੇ ਵੱਲ ਪਹਿਲਾ ਖੱਤ ਸਿਰਫ ਇੱਕ ਲਾਈਨ ਦਾ ਸੀ ਜੋ ਮੈਨੂੰ ਬੰਬਈ ਵਿੱਚ ਮਿਲਿਆ ਸੀ ਜਦੋਂ ਮੈਂ ਗੁਰੂ ਦੱਤ ਨਾਲ ਕੰਮ ਕਰਨ ਲਈ ਸ਼ਮਾ ਤੇ ਦਿੱਲੀ ਨੂੰ ਛੱਡ ਕੇ ਗਿਆ ਸਾਂ। ਉਹ ਇੱਕ ਲਾਈਨ ਸੀ, ਬੰਬਈ ਆਪਣੇ ਆਰਟਿਸਟ ਨੂੰ ਜੀ ਆਇਆਂ ਆਖਦੀ ਹੈ। ਇਸ ਖੱਤ ਵਿੱਚ ਅੰਮ੍ਰਿਤਾ ਨੇ ਨਾ ਮੈਨੂੰ ਕਿਸੇ ਨਾਂ ਨਾਲ ਸੰਬੋਧਨ ਕੀਤਾ ਸੀ ਤੇ ਨਾ ਹੀ ਆਪਣਾ ਨਾਂ ਲਿਖਿਆ ਸੀ। ਜਿਸ ਦਿਨ ਉਹ ਖੱਤ ਮੈਨੂੰ ਬੰਬਈ ਮਿਲਿਆ ਸੀ ਉਸ ਦਿਨ ਮੈਨੂੰ ਲੱਗਾ ਸੀ ਜਿਵੇਂ ਅੰਮ੍ਰਿਤਾ ਦੀ ਹੋਂਦ ਦਾ ਨਾਂ ਬੰਬਈ ਹੋਵੇ। ਮੈਂ ਅੰਮ੍ਰਿਤਾ ਨੂੰ ਬੜਿਆਂ ਨਾਵਾਂ ਨਾਲ ਬੁਲਾਉਂਦਾ ਹਾਂ। ਆਸ਼ੀ ਤੋਂ ਲੈ ਕੇ ਬਰਕਤੇ ਤੱਕ ਕਿੰਨੇ ਹੀ ਨਾਂ ਹਨ। ਮੈਨੂੰ ਜੋ ਵੀ ਸੋਹਣਾ ਲੱਗਦਾ ਹੈ ਮੈਂ ਉਸੇ ਨਾਂ ਨਾਲ ਉਸਨੂੰ ਬੁਲਾਉਣ ਲੱਗ ਪੈਂਦਾ ਹਾਂ। ਜੋ ਕੁਝ ਵੀ ਤਗੜਾ ਲੱਗਦਾ ਹੈ ਉਹੀ ਉਸ ਦਾ ਨਾਂ ਰੱਖ ਦਿੰਦਾ ਹਾਂ। ਜਦੋਂ ਮੈਂ ਜ਼ੋਰਬਾ ਦਾ ਗ੍ਰੀਕ ਪੜ੍ਹਿਆ ਸੀ ਮੈਂ ਉਸਨੂੰ ਜ਼ੋਰਬੀ ਬੁਲਾਉਣ ਲੱਗ ਪਿਆ ਸਾਂ। ਫਿਰ ਜਦੋਂ ਮੈਂ ਸਪੈਨਿਸ਼ ਆਰਟਿਸਟ ਗੋਇਆ ਉੱਤੇ ਲਿਖਿਆ ਨਾਵਲ ਦ ਨੇਕਡ ਮਾਜ਼ਾ ਪੜ੍ਹਿਆ ਸੀ ਤਾਂ ਮੈਂ ਉਸਨੂੰ ਕਿੰਨਾ ਹੀ ਚਿਰ ਮਾਜ਼ਾ ਆਖਣ ਲੱਗ ਪਿਆ ਸਾਂ। ਇਸ ਨਾਂ ਨਾਲ ਮੈਂ ਹੁਣ ਵੀ ਉਸਨੂੰ ਬੁਲਾ ਲੈਂਦਾ ਹਾਂ। ਇਹ ਨਾਂ ਸ਼ਾਇਦ ਮੈਨੂੰ ਬਹੁਤ ਆਪਣਾ ਲੱਗਾ ਹੈ। ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਮਰਾਠੀ ਵਿੱਚ ਮਾਜ਼ਾ ਦਾ ਮਤਲਬ ਮੇਰਾ ਹੁੰਦਾ ਹੈ। ਸ਼ਾਇਦ ਇਸੇ ਲਈ ਇਹ ਬਹੁਤਾ ਆਪਣਾ ਲੱਗਾ ਹੈ। ਉਂਝ ਘਰ ਵਿੱਚ ਰਸੋਈ ਵਿੱਚ ਮੈਂ ਉਸਨੂੰ ਬਰਕਤੇ ਹੀ ਬੁਲਾਉਂਦਾ ਹਾਂ। ਉਹ ਸੱਚਮੁੱਚ ਮੇਰੀ ਬਰਕਤ ਹੈ। ਮੈਂ ਤਬੀਅਤਨ ਨੌਕਰੀ ਨਹੀਂ ਕਰ ਸਕਦਾ। ਆਪਣੇ ਕੰਮ ਵਿੱਚ ਕਦੇ ਕੰਮ ਘੱਟ ਵੀ ਜਾਂਦਾ ਹੈ ਪਰ ਮੈਨੂੰ ਕਦੇ ਕੋਈ ਘਾਟ ਨਹੀਂ ਹੋਈ। ਮੇਰਾ ਥੋੜ੍ਹਾ ਵੀ ਇਸ ਦੀ ਛੋਹ ਨਾਲ ਬਹੁਤ ਹੋ ਜਾਂਦਾ ਹੈ। ਇੱਕ ਰਾਤ ਗੱਲਾਂ ਕਰਦਿਆਂ ਰਾਤ ਦੇ 2 ਵੱਜ ਗਏ। ਅੰਮ੍ਰਿਤਾ ਨੂੰ ਉਸ ਦਿਨ ਸਵੇਰ ਤੋਂ ਹੀ ਮੋਢੇ ਦੀ ਪੀੜ ਹੋ ਰਹੀ ਸੀ। ਉਹ ਬਿਸਤਰੇ 'ਤੇ ਲੇਟੀ ਹੋਈ ਸੀ ਤੇ ਮੈਂ ਉਸਦੇ ਕੋਲ ਖਿੜਕੀ ਵਿੱਚ ਬੈਠਾ ਹੋਇਆ ਸਾਂ ਕਿ ਅਚਾਨਕ ਇੱਕ ਗੱਲ ਜਿਵੇਂ ਬਣ ਗਈ ਹੋਵੇ। ਇੱਕ ਕਿਤਾਬ ਦੀ ਗੱਲ। ਅੰਮ੍ਰਿਤਾ ਇੱਕਦਮ ਉੱਠ ਕੇ ਬੈਠ ਗਈ, ਫਾਈਲ ਫੜੀ ਤੇ ਉਸ ਵੇਲੇ ਬਿਸਤਰੇ ਵਿੱਚ ਹੀ ਬੈਠਿਆਂ ਕਿਤਾਬ ਦੀ ਤਿਆਰੀ ਸ਼ੁਰੂ ਹੋ ਗਈ। ਮੈਂ ਹੈਰਾਨ ਅੰਮ੍ਰਿਤਾ ਨੂੰ ਵੇਖਦਾ ਰਹਿ ਗਿਆ। ਅੰਮ੍ਰਿਤਾ 9/9 ਦਿਸ ਰਹੀ ਸੀ। ਪੀੜ ਜਿਵੇਂ ਦੂਰ ਹਟ ਕੇ ਖੁਦ ਹੈਰਾਨ ਸੀ। ਮੈਂ ਵੀ ਹੈਰਾਨੀ ਵਿੱਚ ਉੱਠਿਆ, ਚਾਹ ਬਣਾ ਲਈ। ਫਿਰ ਚਾਹ ਦਾ ਪਿਆਲਾ ਦੇਂਦਿਆਂ ਮੈਂ ਅੰਮ੍ਰਿਤਾ ਨੂੰ ਪੁੱਛਿਆ, ਤੂੰ ਕਿਸ ਤੇ ਗਈ ਹੈ? ਤਾਂ ਉਸਨੇ ਸਹਿ ਸੁਭਾਅ ਜਵਾਬ ਦਿੱਤਾ, ਰੱਬ ਤੇ। ਉਸ ਦਿਨ ਮੈਂ ਜਾਣਿਆ ਕਿ ਉਸ ਦਾ ਨਾਂ ਰੱਬ ਵੀ ਹੈ ਪਰ ਇਸ ਨਾਂ ਨਾਲ ਮੈਂ ਉਸਨੂੰ ਕਦੇ ਨਹੀਂ ਬੁਲਾਇਆ, ਸਿਰਫ ਵੇਖਿਆ ਹੈ। ਵੇਖਦਾ ਹਾਂ ਜਦੋਂ ਵੀ ਉਹ ਕੰਮ ਕਰਦੀ ਹੈ। ਅੰਮ੍ਰਿਤਾ ਦੇ ਲਫ਼ਜ਼ਾਂ ਵਿੱਚ ਮੇਰੇ ਮਹਿਬੂਬ, ਮੇਰੇ ਤਸੱਵਰ, ਮੇਰੀ ਸਾਰੀ ਜ਼ਿੰਦਗੀ ਮੈਨੂੰ ਇੰਝ ਜਾਪਦੀ ਹੈ ਜਿਵੇਂ ਮੈਂ ਤੇਰੇ ਵੱਲ ਇੱਕ ਖੱਤ ਲਿਖਿਆ ਹੋਵੇ। ਮੇਰੇ ਦਿਲ ਦੀ ਹਰ ਧੜਕਣ ਇੱਕ ਹਰਫ ਹੈ। ਮੇਰਾ ਹਰ ਸਾਹ ਜਿਵੇਂ ਲਗਮਾਤਰ, ਹਰ ਦਿਨ ਜਿਵੇਂ ਇੱਕ ਫਿਕਰਾ ਤੇ ਸਾਰੀ ਜ਼ਿੰਦਗੀ ਇੱਕ ਖੱਤ। ਜੇ ਕਦੇ ਇਹ ਖੱਤ ਤੇਰੇ ਤੱਕ ਪਹੁੰਚ ਜਾਂਦਾ ਮੈਨੂੰ ਕਿਸੇ ਵੀ ਬੋਲੀ ਦੇ ਲਫ਼ਜ਼ਾਂ ਦੀ ਮੁਹਤਾਜੀ ਨਾ ਹੁੰਦੀ। ਅਤੇ ਇਸ ਤੋਂ ਇਲਾਵਾ ਅੰਮ੍ਰਿਤਾ ਦੀਆਂ ਕਈ ਰਚਨਾਵਾਂ ਹਨ ਜੋ ਖੱਤਾਂ ਦੀ ਸੂਰਤ ਵਿੱਚ ਹਨ, ਜਿਵੇਂ ਸੁਨੇਹੜੇ। ਇੱਕ ਲੰਬੀ ਨਜ਼ਮ ਸਾਹਿਰ ਦੇ ਇੱਕ ਖੱਤ ਦੀ ਪਹੁੰਚ ਤੋਂ ਸ਼ੁਰੂ ਹੁੰਦੀ ਹੈ। ਇਹ ਨਜ਼ਮ ਉਹਨੇ 1953 ਵਿੱਚ ਲਿਖੀ ਸੀ ਤੇ 1953 ਨੂੰ ਹੀ ਡੈਡੀਕੇਟ ਕੀਤੀ ਹੋਈ ਹੈ। ਆਖਰੀ ਖੱਤ ਜੋ ਉਹਨੇ ਸਾਹਿਰ ਦਾ ਨਾਂ ਲਿਖੇ ਬਗੈਰ ਸਾਹਿਰ ਨੂੰ ਮੁਖਾਤਬ ਕਰਕੇ 1956 ਵਿੱਚ ਲਿਖਿਆ ਸੀ। ਇਹ ਸਾਲ 1956 ਮੇਰਾ ਤੇ ਅੰਮ੍ਰਿਤਾ ਦਾ ਸ਼ੁਰੂ ਸਾਲ ਸੀ। ਉਦੋਂ ਮੈਂ ਉਰਦੂ ਦੇ ਪਰਚੇ ਸ਼ਮਾ ਤੇ ਆਇਨਾ ਲਈ ਕੰਮ ਕਰਦਾ ਸੀ ਤੇ ਜਦੋਂ ਆਖਰੀ ਖੱਤ ਆਇਨਾ ਵਿੱਚ ਛਪਣ ਲਈ ਆਇਆ ਤਾਂ ਮੈਂ ਅੰਮ੍ਰਿਤਾ ਨੂੰ ਮਿਲ ਕੇ ਪੁੱਛਿਆ, ਤੂੰ ਇਹ ਖੱਤ ਕਿਸ ਨੂੰ ਲਿਖਿਆ ਹੈ? ਤੂੰ ਦੱਸੇ ਤਾਂ ਮੈਂ ਉਸ ਦੀ ਤਸਵੀਰ ਬਣਾ ਦਿਆਂ। ਉਹ ਉਦੋਂ ਸੰਗ ਗਈ ਸੀ ਤੇ ਮੈਂ ਇਸ ਆਖਰੀ ਖੱਤ ਨਾਲ ਜੋ ਮੇਰਾ ਜੀ ਕੀਤਾ ਬਣਾ ਦਿੱਤਾ ਸੀ। ਨਜ਼ਮ ਇੱਕ ਖੱਤ ਜੋ ਅੰਮ੍ਰਿਤਾ ਨੇ ਵਰਤਮਾਨ ਦਸ਼ਾ ਵੱਲੋਂ ਧਰਤੀ ਦੇ ਭਵਿੱਖ ਦੇ ਨਾਂ ਲਿਖੀ। ਕਾਗਜ਼ ਤੇ ਕੈਨਵਸ ਇੱਕ ਖੱਤ ਲੇਖ ਜੋ ਅੰਮ੍ਰਿਤਾ ਨੇ ਆਪਣੇ ਵਾਰਿਸ ਦੇ ਨਾਂ ਲਿਖਿਆ। ਨਜ਼ਮ ਇੱਕ ਖੱਤ ਲਿਖਤਮ ਤਮਾਮ ਧਰਤੀ ਪੜ੍ਹ ਤੁਮ ਤਮਾਮ ਲੋਕ ਜੋ ਅੰਮ੍ਰਿਤਾ ਨੇ ਦੁਨੀਆ ਦੇ ਹੁਕਮਕਾਰਾਂ ਤੇ ਸਾਇੰਸਦਾਨਾਂ ਦੇ ਨਾਂ ਲਿਖੀ ਸੀ। ਨਜ਼ਮ ਅਹਿਦਨਾਮਾ ਵੀ ਇੱਕ ਖੱਤ ਸੀ ਜਿਹਦੇ ਵਿੱਚ ਅੰਮ੍ਰਿਤਾ ਨੇ ਕਿਹਾ ਸੀ, ਅਮਨ ਦਾ ਇੱਕ ਅਹਿਦਨਾਮਾ, ਆਓ ਦੁਨੀਆ ਵਾਲਿਓ ਦਸਤਖਤ ਕਰੋ।
ਇਹ ਖਤ ਉਸਨੇ ਸਤੰਬਰ 1965 ਵਿੱਚ ਤਾਸ਼ਕੰਦ ਵਿੱਚ ਹੋ ਰਹੇ ਹਿੰਦ ਪਾਕ ਦੇ ਅਹਿਦਨਾਮੇ ਵੇਲੇ ਲਿਖਿਆ ਸੀ। ਇੱਕ ਖਤ ਲੇਖ ਜੋ ਅੰਮ੍ਰਿਤਾ ਨੇ ਨਵੰਬਰ 1965 ਵਿੱਚ ਪਾਕਿਸਤਾਨ ਦੇ ਨਾਂ ਲਿਖਿਆ, ਆਰਸੀ ਸੰਗਰਾਮ ਨੰਬਰ 1965। ਨਾਮਾ ਏ ਖਲੂਸ ਲੇਖ ਜੋ ਉਹਨੇ 10 ਫਰਵਰੀ 1970 ਨੂੰ ਪਾਕਿਸਤਾਨ ਦੇ ਹਮਕਲਮ ਦੋਸਤਾਂ ਦੇ ਨਾਂ ਲਿਖਿਆ। ਪਰ ਇਹ ਸਾਰੇ ਖਤ ਉਹਦੀਆਂ ਕਿਰਤਾਂ ਦਾ ਹਿੱਸਾ ਹਨ, ਇਸ ਲਈ ਮੈਂ ਇਸ ਕਿਤਾਬ ਵਿੱਚ ਸ਼ਾਮਿਲ ਨਹੀਂ ਕੀਤੇ। ਇਸ ਤੋਂ ਇਲਾਵਾ ਉਹਦੀ ਨਜ਼ਮ ਸਾਲ ਮੁਬਾਰਕ ਮੇਰੇ ਲਈ ਇੱਕ ਖਤ ਸੀ, ਜੋ ਸਾਡੀ ਨਾਰਾਜ਼ਗੀ ਦੇ ਦੌਰਾਨ ਉਹਨੇ ਜਨਵਰੀ 1961 ਵਿੱਚ ਲਿਖ ਕੇ ਮੈਨੂੰ ਬੰਬਈ ਭੇਜੀ ਸੀ। ਸਿਰਫ ਨਜ਼ਮ ਨਾਲ ਖਤ ਕੋਈ ਨਹੀਂ ਸੀ, ਸੋ ਇਹ ਨਜ਼ਮ ਹੀ ਖਤ ਸੀ। ਅਤੇ ਕਹਾਣੀ ਚਾਨਣ ਦਾ ਹੌਂਕਾ ਵੀ ਉਸੇ ਮਹੀਨੇ ਉਹਨੇ ਮੈਨੂੰ ਡਾਕ ਰਾਹੀਂ ਭੇਜੀ ਸੀ, ਜੋ ਮੇਰੇ ਲਈ ਉਹਦਾ ਖਤ ਸੀ, ਪਰ ਉਹ ਵੀ ਉਹਦੀਆਂ ਕਿਰਤਾਂ ਦੇ ਰੂਪ ਵਿੱਚ ਹਨ। ਇਸ ਲਈ ਮੈਂ ਉਹ ਖਤ ਵੀ ਇੱਥੇ ਸ਼ਾਮਿਲ ਨਹੀਂ ਕਰ ਰਿਹਾ। ਇੱਥੇ ਮੈਂ ਉਹੀ ਖਤ ਇਕੱਠੇ ਕਰ ਰਿਹਾ ਹਾਂ ਜੋ ਮੈਨੂੰ ਸਿੱਧੇ ਡਾਕ ਰਾਹੀਂ ਮਿਲੇ ਸਨ, ਕਿਰਤਾਂ ਕਿਤਾਬਾਂ ਰਾਹੀਂ ਨਹੀਂ। ਕਿਰਤਾਂ ਤਾਂ ਕਿਤਾਬਾਂ ਦੀ ਮਾਰਫਤ ਲਿਖੇ ਖਤ ਹੁੰਦੇ ਹਨ, ਪਰ ਇਹ ਖਤ ਮੇਰੀ ਮਲਕੀਅਤ ਹਨ ਅਤੇ ਮੇਰੀ ਜਾਚੇ ਅੰਮ੍ਰਿਤਾ ਦੀ ਸਵੈ ਜੀਵਨੀ ਰਸੀਦੀ ਟਿਕਟ ਦਾ ਹੀ ਇੱਕ ਹਿੱਸਾ। ਤੇਰੇ ਐਡੇ ਸੋਹਣੇ ਖਤ ਜੀਤੀ, ਮੇਰੇ ਤਸੱਵਰ ਨਾਲੋਂ ਵੀ ਸੋਹਣੇ, ਜਿਨ੍ਹਾਂ ਨੂੰ ਮੈਂ ਸਾਰੀ ਉਮਰ ਉਡੀਕਦੀ ਰਹੀ। ਭਾਵੇਂ ਕਦੇ ਉਹ ਉਡੀਕ ਸੱਚ ਨਹੀਂ ਸੀ ਬਣੀ, ਮੈਂ ਕਿੰਨੀਆਂ ਹੀ ਨਜ਼ਮਾਂ ਵਿੱਚ ਉਹਨਾਂ ਦੇ ਜਵਾਬ ਵੀ ਲਿਖਦੀ ਰਹੀ, ਤੇ ਅੱਜ ਉਹ ਸੱਚ ਹੋ ਗਏ। ਪਰ ਅੱਜ ਮੇਰਾ ਜੀ ਮੇਰੇ ਵੱਸ ਵਿੱਚ ਨਹੀਂ ਆਉਂਦਾ ਪਿਆ। ਅੱਖਾਂ ਭਰ ਆਉਂਦੀਆਂ ਹਨ। ਮੇਰੀ ਉਮਰ ਦੇ ਵਰ੍ਹੇ ਇਸ ਸੱਚ ਨੂੰ ਵੇਖਣ ਲਈ ਇੱਕ ਥਾਵੇਂ ਖਲੋ ਕਿਉਂ ਨਾ ਗਏ? ਉਹ ਕਿਉਂ ਵਧਦੇ ਗਏ? ਅੱਜ ਉਹ ਤੇਰੇ ਨਾਲ ਮੇਚੇ ਨਹੀਂ ਆਉਂਦੇ ਪਏ। ਤੂੰ ਮੈਨੂੰ ਉਸ ਜਾਦੂਆਂ ਭਰੀ ਵਾਦੀ ਵਿੱਚ ਬੁਲਾ ਰਿਹਾ ਹੈ, ਜਿੱਥੇ ਮੇਰੀ ਉਮਰ ਨਹੀਂ ਮੁੜਦੀ ਪਈ। ਉਮਰ ਦਿਲ ਦਾ ਸਾਥ ਨਹੀਂ ਦੇ ਰਹੀ। ਦਿਲ ਉਸੇ ਥਾਂ ਹੀ ਖਲੋ ਗਿਆ ਜਿੱਥੇ ਤੂੰ ਉਹਨੂੰ ਖਲੋਣ ਦਾ ਇਸ਼ਾਰਾ ਕੀਤਾ। ਸੱਚ, ਉਹਦੇ ਪੈਰ ਉੱਥੇ ਹੀ ਖਲੋਤੇ ਹੋਏ ਹਨ। ਪਰ ਅੱਜ ਕੱਲ੍ਹ ਮੈਨੂੰ ਲੱਗਦਾ ਏ ਇੱਕ ਇੱਕ ਦਿਨ ਵਿੱਚ ਕਈ ਵਰ੍ਹੇ ਬੀਤੇ ਜਾ ਰਹੇ ਹਨ, ਤੇ ਆਪਣੀ ਉਮਰ ਦੇ ਇੰਨਿਆਂ ਵਰ੍ਹਿਆਂ ਦਾ ਭਾਰ ਮੇਰੇ ਕੋਲੋਂ ਸਹਾਰਿਆ ਨਹੀਂ ਜਾ ਰਿਹਾ। ਤੇਰੀ ਅੰਮ੍ਰਿਤਾ। ਦਸਤਾਵੇਜ਼ ਕਿਤਾਬ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਇਹ ਪਹਿਲਾ ਖਤ ਹੈ। ਮੇਰੀ ਤਕਦੀਰ। ਰਾਜਨ ਦੀ ਹੋਂਦ ਇਸ ਧਰਤੀ ਉੱਤੇ ਕੋਈ ਨਹੀਂ ਸੀ, ਸਿਰਫ ਉਹਨੇ ਮੇਰੇ ਸੁਪਨਿਆਂ ਨੂੰ ਮੱਲਿਆ ਹੋਇਆ ਸੀ। ਤੇ ਫਿਰ ਜਿਸ ਦਿਨ ਤੂੰ ਆਸ਼ੂ ਪੜ੍ਹ ਕੇ ਮੈਨੂੰ ਫੋਨ ਕੀਤਾ, ਮੈਂ ਤੇਰਾ ਰਾਜਨ ਬੋਲ ਰਿਹਾ ਹਾਂ, ਉਸ ਦਿਨ ਇਹ ਧਰਤੀ ਦੀ ਗੱਲ ਬਣ ਗਈ। ਇਸ ਗੱਲ ਨੇ ਕਰਮ ਵੀ ਕੀਤਾ ਹੈ ਤੇ ਕਹਿਰ ਵੀ। ਤੇਰੀ ਨਜ਼ਰ ਨੇ ਮੇਰੇ ਉੱਤੋਂ ਵਰ੍ਹਿਆਂ ਦਾ ਪਿਆ ਹੋਇਆ ਕੋਹਰਾ ਝਾੜ ਦਿੱਤਾ, ਤੇ ਅੱਜ ਜਦੋਂ ਮੈਂ ਉਸ ਨਜ਼ਰ ਨੂੰ 9 ਮੀਲਾਂ ਦੀ ਵਿੱਥ ਤੇ ਤੋਰ ਕੇ ਆਈ ਹਾਂ, ਕੋਈ ਕੋਹਰਾ ਮੇਰੇ ਉੱਤੇ ਪੈਂਦਾ ਜਾ ਰਿਹਾ ਹੈ। ਇਹ ਨਜ਼ਰ ਜਿਹੜੀਆਂ ਮਜਬੂਰ ਹਾਲਾਤਾਂ ਵਿੱਚ ਮੇਰੇ ਕੋਲੋਂ ਨਿਖੜੀ ਹੈ, ਉਹ ਅਹਿਸਾਸ ਵੀ ਮੇਰੇ ਨਾਲ ਹੈ, ਤੇ ਉਸੇ ਦੇ ਆਸਰੇ ਤੇਰੇ ਵਿਛੋੜੇ ਦੇ ਦਿਨਾਂ ਵਿੱਚ ਪੈਣ ਵਾਲੇ ਕੋਹਰੇ ਨੂੰ ਆਪਣੇ ਉੱਤੋਂ ਝਾੜਦੀ ਰਵਾਂਗੀ। ਤੇ ਜਦੋਂ ਮੇਰੇ ਸਾਹਮਣੇ ਫੇਰ ਤੇਰੀ ਨਜ਼ਰ ਹੋਵੇਗੀ, ਮੇਰੇ ਮਨ ਦਾ ਰੰਗ ਉਸੇ ਤਰ੍ਹਾਂ ਸੂਹਾ ਹੋਵੇਗਾ। ਤੇਰੀ ਬੇਗਮ। ਦਸਤਾਵੇਜ਼ ਕਿਤਾਬ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਇਹ ਦੂਜਾ ਖਤ ਹੈ। ਅੱਜ ਲਈ ਇੰਨਾ ਹੀ। ਅਗਲੇ ਖਤ ਲੈ ਕੇ ਜਲਦ ਹੀ ਤੁਹਾਨੂੰ ਮਿਲਾਂਗੇ। ਸੁਣਨ ਲਈ ਧੰਨਵਾਦ।